ਅੱਜ ਆਜ਼ਾਦੀ ਦੀ ਲੜਾਈ ਦੇ ਮਹਾਨਾਇਕ ਸ਼ਹੀਦ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਹੈ। ਉਹਨਾਂ ਦਾ ਜਨਮ ਵਰਤਮਾਨ ਪਾਕਿਸਤਾਨ ਵਿਖੇ ਬੰਗਾ ਨਾਂ ਦੇ ਸਥਾਨ 'ਤੇ 28 ਸਤੰਬਰ 1907 ਨੂੰ ਹੋਇਆ। ਭਗਤ ਸਿੰਘ ਜੀ ਦਾ ਨਾਂ ਆਉਂਦੇ ਹੀ ਆਜ਼ਾਦੀ ਦੀ ਲੜਾਈ ਦਾ ਸੰਘਰਸ਼ ਸਾਡੀਆਂ ਅੱਖਾਂ ਸਾਹਮਣੇ ਘੁੰਮ ਜਾਂਦਾ ਹੈ। ਉਹ ਨੌਜਵਾਨਾਂ ਲਈ ਇੱਕ ਆਦਰਸ਼ ਸਨ। ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਨੇ ਉਹਨਾਂ 'ਤੇ ਡੂੰਘਾ ਪ੍ਰਭਾਵ ਪਾਇਆ। ਉਸ ਸਮੇਂ ਉਹਨਾਂ ਦੀ ਉਮਰ 12 ਸਾਲ ਦੀ ਸੀ। ਉਹਨਾਂ ਨੇ ਖੂਨ ਭਿੱਜੀ ਮਿੱਟੀ ਦੀ ਸਹੁੰ ਖਾਧੀ ਕਿ ਦੇਸ਼ ਨੂੰ ਆਜ਼ਾਦ ਕਰਵਾਉਣਾ ਹੀ ਉਹਨਾਂ ਦੀ ਜ਼ਿੰਦਗੀ ਦਾ ਇੱਕੋ ਇੱਕ ਮਕਸਦ ਹੋਵੇਗਾ। ਉਹ ਇੱਕ ਬਹੁਮੁਖੀ ਸ਼ਖਸੀਅਤ ਦੇ ਮਾਲਕ ਸਨ। ਅਕਸਰ ਅਸੀਂ ਘਰਾਂ ਵਿੱਚ, ਗੱਡੀਆਂ, ਮੋਟਰਸਾਈਕਲਾਂ, ਇਸ਼ਤਿਹਾਰਾਂ ਅਤੇ ਕਿਤਾਬਾਂ ਵਿੱਚ ਉਹਨਾਂ ਦੀ ਹੱਥ ਵਿੱਚ ਪਿਸਤੌਲ ਫੜੇ ਦੀ ਤਸਵੀਰ ਦੇਖਦੇ ਹਾਂ। ਜਾਂ ਵਾਹਨਾਂ ਪਿੱਛੇ ਲਿਖੇ ਨਾਅਰੇ ਗੋਰੇ ਖੰਘੇ ਸੀ ਤਾਈਓ ਟੰਗੇ ਸੀ। ਇਸ ਨੂੰ ਦੇਖ ਕੇ ਅਤੇ ਪੜ੍ਹ ਕੇ ਹਰ ਇੱਕ ਇਹ ਸੋਚਦਾ ਹੈ ਕਿ ਸ਼ਾਇਦ ਉਹ ਹਿੰਸਾ ਵਿੱਚ ਵਿਸ਼ਵਾਸ ਰੱਖਦੇ ਸਨ ਅਤੇ ਉਹ ਹਿੰਸਕ ਸਨ, ਪਰ ਇਹ ਸੱਚ ਨਹੀਂ। ਉਹ ਬੜੇ ਸੂਝਵਾਨ, ਦੂਰਦਰਸ਼ੀ ਅਤੇ ਮਨੁੱਖੀ ਅਧਿਕਾਰਾਂ ਅਤੇ ਬਰਾਬਰਤਾ ਦੇ ਅਲੰਬਰਦਾਰ ਸਨ। ਇਸ ਦਾ ਪਤਾ ਸਾਨੂੰ ਉਹਨਾਂ ਦੀਆਂ ਲਿਖਤਾਂ ਅਤੇ ਸੋਚ ਤੋਂ ਲੱਗਦਾ ਹੈ। ਜਦ ਅਸੈਂਬਲੀ ਵਿੱਚ ਉਹਨਾਂ ਨੇ ਬੰਬ ਸੁੱਟਿਆ ਤਾਂ ਉਹਨਾਂ ਨੇ ਇਹ ਦੇਖ ਕੇ ਸੁੱਟਿਆ ਕਿ ਇਹ ਬੰਬ ਬਹੁਤ ਹੀ ਘੱਟ ਵਿਸਫੋਟਕ ਸਮੱਗਰੀ ਵਾਲਾ ਸੀ ਅਤੇ ਨਾਲ ਹੀ ਉਹਨਾਂ ਨੇ ਲਿਖਤੀ ਪਰਚੇ ਵੀ ਸੁੱਟੇ ਜਿਸ ਵਿੱਚ ਲਿਖਿਆ ਸੀ, ਬੋਲੇ ਕੰਨਾਂ ਨੂੰ ਸੁਣਨ ਲਈ ਵੱਡੇ ਧਮਾਕੇ ਦੀ ਆਵਾਜ਼ ਦੀ ਲੋੜ ਹੁੰਦੀ ਹੈ। ਉਹਨਾਂ ਦਾ ਮਕਸਦ ਗੂੰਗੀ ਬਹਿਰੀ ਅੰਗਰੇਜ਼ ਸਰਕਾਰ ਨੂੰ ਹਿੰਦੁਸਤਾਨੀਆਂ ਦੀ ਆਜ਼ਾਦੀ ਦੀ ਆਵਾਜ਼ ਨੂੰ ਉਹਨਾਂ ਤੱਕ ਪਹੁੰਚਾਉਣਾ ਸੀ, ਨਾ ਕਿ ਕਿਸੇ ਦਾ ਜਾਨੀ ਨੁਕਸਾਨ ਕਰਨਾ ਸੀ। ਉਹ ਇੱਕ ਕਲਾਕਾਰ ਵੀ ਸਨ। ਆਪਣੇ ਸਕੂਲ ਕਾਲਜ ਦੇ ਦਿਨਾਂ ਵਿੱਚ ਉਹਨਾਂ ਰਾਣਾ ਪ੍ਰਤਾਪ, ਭਾਰਤ ਦੂਰਦਰਸ਼ਾ ਵਰਗੇ ਨਾਟਕਾਂ ਵਿੱਚ ਕੰਮ ਕੀਤਾ। ਪੜ੍ਹਨ ਲਿਖਣ ਦਾ ਉਹਨਾਂ ਨੂੰ ਬਹੁਤ ਸ਼ੌਕ ਸੀ। ਉਹ ਜਾਣਦੇ ਸਨ ਕਿ ਗਿਆਨ ਅਤੇ ਕਲਮ ਦੀ ਤਾਕਤ ਨਾਲ ਆਜ਼ਾਦੀ ਦੀ ਲੜਾਈ ਨੂੰ ਜਿੱਤਿਆ ਜਾ ਸਕਦਾ ਹੈ। ਉਹਨਾਂ ਨੇ ਛੋਟੀ ਉਮਰ ਵਿੱਚ ਹੀ ਚਾਰਲਸ ਡਿਕਨ, ਲੈਨਨ, ਗੋਰਕੀ, ਕਾਰਲ ਮਾਰਕਸ ਆਦਿ ਨੂੰ ਬਖੂਬੀ ਪੜ੍ਹਿਆ। ਉਹਨਾਂ ਨੇ ਹਫ਼ਤਾਵਾਰੀ ਅਖਬਾਰ ਪ੍ਰਤਾਪ ਵਿੱਚ ਬਾਬਰ ਅਕਾਲੀ ਲਹਿਰ ਬਾਰੇ ਲਿਖਿਆ। ਵੀਰ ਅਰਜੁਨ ਨਾਂ ਦੇ ਅਖਬਾਰ ਲਈ ਕੰਮ ਕੀਤਾ। ਅਲੀਗੜ੍ਹ ਵਿਖੇ ਨੈਸ਼ਨਲ ਸਕੂਲ ਵਿਖੇ ਵੀ ਕੰਮ ਕੀਤਾ। ਇਹ ਸਾਰੇ ਕੰਮ ਦਰਸਾਉਂਦੇ ਹਨ ਕਿ ਉਹ ਕਿੰਨੇ ਸੂਝਵਾਨ ਸਨ ਅਤੇ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ। ਇਹ ਬੜੇ ਅਫਸੋਸ ਦੀ ਗੱਲ ਹੈ ਕਿ ਅਸੀਂ ਉਹਨਾਂ ਦਾ ਸਿਰਫ ਹਿੰਸਾਵਾਦੀ ਰਿਵਾਲਵਰ ਫੜੇ ਦਾ ਜਿਹੜਾ ਚਿਹਰਾ ਹੈ ਉਹੀ ਦੇਖਦੇ ਹਾਂ ਅਤੇ ਉਸ ਨੂੰ ਹੀ ਇਸ ਦਾ ਚਰਿੱਤਰ ਮੰਨ ਲਿਆ ਹੈ। ਉਹਨਾਂ ਵੱਲੋਂ ਦਿੱਤਾ ਗਿਆ ਇਨਕਲਾਬ ਜਿੰਦਾਬਾਦ ਦਾ ਨਾਅਰਾ, ਜੋ ਕਿ ਆਜ਼ਾਦੀ ਘੁਲਾਟੀਏ ਮੌਲਾਨਾ ਹਸਰਤ ਮੋਹਾਨੀ ਨੇ ਲਿਖਿਆ ਸੀ, ਨੂੰ ਪੂਰੇ ਦੇਸ਼ ਦਾ ਸੰਪੂਰਨ ਆਜ਼ਾਦੀ ਦਾ ਨਾਅਰਾ ਬਣਾ ਦਿੱਤਾ। ਉਹਨਾਂ ਨੇ ਕਈ ਲਿਖਤਾਂ ਲਿਖੀਆਂ। ਇੰਟਰੋਡਕਸ਼ਨ ਟੂ ਡਰੀਮਸ, ਜਿਸ ਵਿੱਚ ਉਹਨਾਂ ਨੇ ਆਪਣੇ ਆਜ਼ਾਦ ਭਾਰਤ ਦੇ ਸੁਪਨੇ ਨੂੰ ਉਲੀਕਿਆ ਹੈ। ਮੈਂ ਨਾਸਤਿਕ ਕਿਉਂ ਹਾਂ। ਇਹ ਸਾਰੀਆਂ ਲਿਖਤਾਂ ਦਰਸਾਉਂਦੀਆਂ ਹਨ ਕਿ ਉਹ ਕਲਮ ਦੇ ਕਿੰਨੇ ਧਨੀ ਸਨ। ਉਹਨਾਂ ਨੇ 1928 ਵਿੱਚ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਨਾਂ ਦੀ ਪਾਰਟੀ ਦੀ ਸਥਾਪਨਾ ਕੀਤੀ। ਉਹ ਜਾਣਦੇ ਸਨ ਕਿ ਰਾਜਨੀਤਿਕ ਅਤੇ ਸਮਾਜਿਕ ਦੋਵੇਂ ਪ੍ਰਕਾਰ ਦੀ ਆਜ਼ਾਦੀ ਹਿੰਦੁਸਤਾਨ ਨੂੰ ਚਾਹੀਦੀ ਹੈ। ਉਹ ਕਹਿੰਦੇ ਸਨ ਕਿ ਕ੍ਰਾਂਤੀ ਦੀ ਤਲਵਾਰ ਵਿਚਾਰਾਂ ਦੀ ਧਾਰ ਨਾਲ ਤਿੱਖੀ ਹੁੰਦੀ ਹੈ। ਉਹਨਾਂ ਨੇ ਕਿਹਾ ਕਿ ਜੇ ਅੰਗਰੇਜ਼ ਉਹਨਾਂ ਨੂੰ ਮਾਰ ਦੇਣਗੇ ਤਾਂ ਕੋਈ ਗੱਲ ਨਹੀਂ, ਪਰ ਉਹ ਉਹਨਾਂ ਦੇ ਵਿਚਾਰਾਂ ਨੂੰ ਨਹੀਂ ਮਾਰ ਸਕਦੇ। ਇਹ ਸਭ ਚੀਜ਼ਾਂ ਦਾ ਪ੍ਰਗਟਾਵਾ ਉਹਨਾਂ ਨੇ ਅੰਤਿਮ ਸਮੇਂ ਲਿਖੇ ਆਪਣੇ ਖਤਾਂ ਤੋਂ ਲੱਗਦਾ ਹੈ। ਜੇਲ੍ਹ ਵਿੱਚ ਉਹਨਾਂ ਨੇ ਭਾਰਤੀ ਕੈਦੀਆਂ ਨਾਲ ਹੁੰਦੇ ਵਿਤਕਰੇ ਦੇ ਖਿਲਾਫ 116 ਦਿਨਾਂ ਦੀ ਭੁੱਖ ਹੜਤਾਲ ਵੀ ਕੀਤੀ। ਉਹ ਆਪਣੇ ਨਿੱਤ ਦੇ ਕੰਮ ਵੀ ਇਸ ਭੁੱਖ ਹੜਤਾਲ ਦੌਰਾਨ ਕਰਦੇ ਰਹੇ, ਜਿਵੇਂ ਕਿ ਪੜ੍ਹਨਾ, ਲਿਖਣਾ, ਗਾਉਣਾ, ਕੋਰਟ ਜਾਣਾ। ਉਹ ਕਦੇ ਵੀ ਨਿਰਾਸ਼ ਜਾਂ ਹਤਾਸ਼ ਨਹੀਂ ਹੋਏ, ਸਗੋਂ ਚੜ੍ਹਦੀ ਕਲਾ ਵਿੱਚ ਹੀ ਰਹੇ। ਧਰਮ ਪ੍ਰਤੀ ਉਹਨਾਂ ਦੀ ਸੋਚ ਪਰਿਪੱਕਵ ਸੀ।
ਉਹਨਾਂ ਨੇ ਕਿਤਾਬ ਵੀ ਲਿਖੀ ਹੈ, ਮੈਂ ਨਾਸਤਿਕ ਕਿਉਂ ਹਾਂ। ਉਹ ਧਰਮ ਨੂੰ ਮਨੁੱਖ ਦੀ ਤਰੱਕੀ ਵਿੱਚ ਬੇੜੀਆਂ ਮੰਨਦੇ ਸਨ। ਉਹ ਕਹਿੰਦੇ ਸਨ ਕਿ ਜੇ ਮਨੁੱਖ ਧਰਮ ਵਿੱਚ ਉਲਝਿਆ ਰਹੇਗਾ ਤਾਂ ਉਹ ਕਦੇ ਤਰੱਕੀ ਨਹੀਂ ਕਰ ਸਕਦਾ। ਉਹਨਾਂ ਨੇ ਆਪਣੇ ਦਾੜੀ ਕੇਸ ਵੀ ਆਜ਼ਾਦੀ ਲਈ ਕਤਲ ਕਰਵਾ ਦਿੱਤੇ ਸਨ। ਜਦ ਸਾਂਡਰਸ ਕੇਸ ਵਿੱਚ ਪੁਲਿਸ ਉਹਨਾਂ ਦੇ ਪਿੱਛੇ ਪੈ ਗਈ ਤਾਂ ਉਹ ਭੇਸ ਵਟਾ ਕੇ ਕਲੀਨ ਸ਼ੇਵ ਹੋ ਕੇ ਲਾਹੌਰ ਤੋਂ ਕਲਕੱਤੇ ਚਲੇ ਗਏ। ਜੇਲ੍ਹ ਵਿੱਚ ਜਦ ਉਹਨਾਂ ਦੀ ਮਾਤਾ ਉਹਨਾਂ ਨੂੰ ਮਿਲਣ ਵਾਸਤੇ ਆਈ ਤਾਂ ਉਹ ਹੱਸ ਰਹੇ ਸਨ। ਜੇਲ੍ਹ ਦੇ ਅਧਿਕਾਰੀ ਇਹ ਦੇਖ ਕੇ ਬੜੇ ਹੈਰਾਨ ਹੋਏ ਕਿ ਇਹ ਬੰਦੇ ਦੀ ਮੌਤ ਇੰਨੇ ਨੇੜੇ ਹੈ, ਇਸ ਦੇ ਬਾਵਜੂਦ ਇਹ ਬੜਾ ਬੇਖੌਫ ਹੈ, ਨਿਡਰ ਹੈ, ਇਸ ਨੂੰ ਕੋਈ ਭੈ ਨਹੀਂ। ਉਹਨਾਂ ਨੂੰ ਇਹ ਵੀ ਕਿਹਾ ਗਿਆ ਅੰਤਿਮ ਸਮੇਂ ਕਿ ਤੁਸੀਂ ਹੁਣ ਪਰਮਾਤਮਾ ਦਾ ਨਾਮ ਲੈ ਲਓ, ਤੁਸੀਂ ਸਾਰੀ ਜ਼ਿੰਦਗੀ ਨਾਸਤਿਕ ਰਹੇ ਹੋ, ਅੰਤਿਮ ਸਮੇਂ ਹੈ, ਇਸ ਕਰਕੇ ਪਰਮਾਤਮਾ ਨੂੰ ਯਾਦ ਕਰ ਲਓ। ਪਰ ਉਹਨਾਂ ਨੇ ਬੜੇ ਹੀ ਠਰ੍ਹੰਮੇ ਨਾਲ ਇਹ ਜਵਾਬ ਦਿੱਤਾ ਕਿ ਨਹੀਂ, ਇਹ ਨਹੀਂ ਹੋ ਸਕਦਾ। ਮੇਰਾ ਦੇਸ਼ ਹੀ ਮੇਰਾ ਪਰਮੇਸ਼ਵਰ ਹੈ, ਇਸ ਦੀ ਆਜ਼ਾਦੀ ਹੀ ਮੇਰੀ ਪੂਜਾ ਹੈ। ਜੇ ਮੈਂ ਇਹ ਕਰਾਂਗਾ, ਪਰਮਾਤਮਾ ਦਾ ਨਾਮ ਲਵਾਂਗਾ, ਤਾਂ ਲੋਕ ਸਮਝਣਗੇ ਕਿ ਮੈਂ ਮੌਤ ਤੋਂ ਡਰ ਗਿਆ ਹਾਂ। ਮੇਰੀ ਅੰਤਿਮ ਇੱਛਾ ਹੈ ਕਿ ਮੈਂ ਨੂੰ ਇੱਕ ਤੋਪ ਦੇ ਸਾਹਮਣੇ ਬੰਨ੍ਹ ਕੇ ਉਡਾਇਆ ਜਾਵੇ, ਕਿਉਂਕਿ ਮੈਂ ਇੱਕ ਜੰਗੀ ਕੈਦੀ ਹਾਂ। ਜੰਗੀ ਕੈਦੀ ਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ। ਉਹਨਾਂ ਦੇ ਕੁਝ ਸਾਥੀ ਉਹਨਾਂ ਨੂੰ ਬਚਾਉਣਾ ਚਾਹੁੰਦੇ ਸਨ, ਪਰ ਉਹਨਾਂ ਨੇ ਉਹਨਾਂ ਨੂੰ ਸਾਫ਼ ਮਨ੍ਹਾ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਜੇ ਉਹ ਦੇਸ਼ ਲਈ ਸ਼ਹੀਦ ਹੋਣਗੇ ਤਾਂ ਇਸ ਦੇ ਨਾਲ ਆਜ਼ਾਦੀ ਦੀ ਜੋਤ ਹੈ ਜਿਹੜੀ ਉਹ ਹੋਰ ਰੁਸ਼ਨਾਏਗੀ ਅਤੇ ਉਹ ਭਾਰਤ ਵਾਸੀਆਂ ਲਈ ਇੱਕ ਪ੍ਰੇਰਨਾ ਬਣਨਗੇ ਅਤੇ ਮਾਵਾਂ ਆਪਣੇ ਬੱਚਿਆਂ ਨੂੰ ਭਗਤ ਸਿੰਘ ਬਣਨ ਦੀ ਪ੍ਰੇਰਨਾ ਦੇਣਗੀਆਂ। ਹੋਰ ਭਗਤ ਸਿੰਘ ਪੈਦਾ ਹੋਣਗੇ ਅਤੇ ਦੇਸ਼ ਜਲਦੀ ਆਜ਼ਾਦ ਹੋ ਜਾਵੇਗਾ ਅਤੇ ਉਹਨਾਂ ਨੂੰ ਇਸ 'ਤੇ ਮਾਣ ਵੀ ਹੋਵੇਗਾ। ਅੰਗਰੇਜ਼ ਉਹਨਾਂ ਤੋਂ ਬਹੁਤ ਭੈ ਖਾਂਦੇ ਸਨ। ਉਹਨਾਂ ਨੂੰ ਫਾਂਸੀ ਦੇਣ ਦੀ 24 ਮਾਰਚ ਤਰੀਕ ਮਿੱਥੀ ਗਈ ਸੀ, ਪਰ ਉਹਨਾਂ ਦੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਦੇ ਨਾਲ ਉਹਨਾਂ ਨੂੰ ਇੱਕ ਦਿਨ ਪਹਿਲਾਂ ਸ਼ਾਮ 7:33 ਤੇ 23 ਮਾਰਚ ਨੂੰ ਫਾਂਸੀ ਦੇ ਦਿੱਤੀ ਗਈ। ਉਹਨਾਂ ਨੂੰ ਫਾਂਸੀ ਦੇਣ ਸਮੇਂ ਪੂਰੀ ਜੇਲ੍ਹ ਦੇ ਵਿੱਚ 15 ਮਿੰਟ ਤੱਕ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲੱਗਦੇ ਰਹੇ। ਅੰਤਿਮ ਸਮੇਂ ਵੀ ਉਹ ਚੜ੍ਹਦੀ ਕਲਾ ਵਿੱਚ ਸਨ। ਉਹਨਾਂ ਨੇ ਅੰਤਿਮ ਬੋਲ ਸਨ ਇਨਕਲਾਬ ਜ਼ਿੰਦਾਬਾਦ, ਉਹ ਗਾਉਂਦੇ ਹੋਏ ਫਾਂਸੀ ਦਾ ਫੰਦੇ 'ਤੇ ਝੂਲ ਗਏ। ਉਹਨਾਂ ਗਾਇਆ ਸੀ, ਮੇਰਾ ਰੰਗ ਦੇ ਬਸੰਤੀ ਚੋਲਾ ਨਿਮਾਏ, ਮੇਰਾ ਰੰਗ ਦੇ ਬਸੰਤੀ ਚੋਲਾ।